ਓਮ ਸ਼ਾਂਤੀ, ਸਤਿ ਸ਼੍ਰੀ ਅਕਾਲ ਜੀ। ਮੈਂ ਅਮਰਜੀਤ ਕੌਰ ਦੁਆ ਆਪ ਜੀ ਦੇ ਨਾਲ ਇਸ ਇੱਕ ਓਂਕਾਰ, ਇੱਕ ਪਰਮਾਤਮਾ, ਇੱਕ ਪਰਮ ਪਿਤਾ ਦੇ ਐਪੀਸੋਡ ਵਿੱਚ ਰਲ ਕੇ ਆਪ ਜੀ ਨੂੰ ਨਾਲ ਜਪਜੀ ਸਾਹਿਬ ਦੇ ਅਸੀਂ ਬਾਣੀ ਸਾਂਝ ਕਰ ਰਹੇ ਹਾਂ। ਅਤੇ ਪਿਛਲੀ ਐਪੀਸੋਡ ਵਿੱਚ ਅਸੀਂ ਪੌੜੀ ਨੰਬਰ 16 ਤੱਕ ਕਰ ਚੁੱਕੇ ਹਾਂ। ਅੱਜ ਅਸੀਂ ਪੌੜੀ ਨੰਬਰ 17 ਸ਼ੁਰੂ ਕਰ ਰਹੇ ਹਾਂ। ਪੌੜੀ 16 ਵਿੱਚ ਅਸੀਂ ਪੰਚ 'ਤੇ ਗੱਲ ਕੀਤੀ ਸੀ ਅਤੇ ਮਤਲਬ ਪੰਚ ਵਿੱਚ ਪਹੁੰਚਣ ਦੀ ਸਾਡੀ ਮਤਲਬ ਗੁਰੂਆਂ ਨੇ ਆਖਿਆ ਕਿ ਅਸੀਂ ਪਹੁੰਚ ਸਕਦੇ ਅਤੇ ਫਿਰ ਜ਼ਰੂਰ ਅਸੀਂ ਪਹੁੰਚ ਸਕਣੇ, ਸੁਣੇ ਮਨੇ ਅਤੇ ਫਿਰ ਅਸੀਂ ਪੰਚ ਵਿੱਚ ਪਹੁੰਚਾਂਗੇ। ਚਲੀਏ ਰਲ ਕੇ ਪੌੜੀ ਨੰਬਰ 17 ਵਿੱਚ 17 ਨੰਬਰ ਵਿੱਚ ਗੁਰੂ ਜੀ ਅਸੰਖ ਦੀ ਗੱਲ ਕਰਦੇ ਆ। ਅਸੰਖ ਇੱਥੇ ਮਤਲਬ ਕਿ ਅਨਅਕਾਊਂਟੇਬਲ ਕਿੰਨੀਆਂ ਗੱਲਾਂ ਹੁੰਦੀਆਂ ਨੇ ਜਿਹੜਾ ਕਿ ਅਸੀਂ ਰਲ ਕੇ ਵੇਖਾਂਗੇ। ਅਤੇ ਇੱਥੇ ਵੀ ਗੁਰੂ ਜੀ ਅੰਤ ਵਿੱਚ ਜੋ ਪਿਛਲੀ ਪੌੜੀ ਨੰਬਰ 16 ਦੇ ਐਂਡਿੰਗ ਵਿੱਚ ਅਸੀਂ ਗੱਲ ਕੀਤੀ ਸੀ, ਕੁਦਰਤ ਕਵਣ ਕਹਾਂ ਵਿਚਾਰ ਵਾਰਿਆ ਨ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਹੀ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਮਤਲਬ ਤੇਰੇ ਪਾਣੇ ਵਿੱਚ ਸਭ ਚੱਲ ਰਿਹਾ ਅਤੇ ਅਸੀਂ ਕੌਣ ਇਸ ਨੂੰ ਸਮਝਣ ਵਾਸਤੇ, ਜਾਂ ਅਸੀਂ ਕੌਣ ਇਸ ਨੂੰ ਜ਼ਿਆਦਾ ਜ਼ਿਆਦਾ ਇਸ ਨੂੰ ਗੌਰ ਕਰਨ ਦਾ, ਕਿਉਂਕਿ ਅਸੀਂ ਇਸ ਤੁਹਾਡੀ ਗੱਲ ਜਿਹੜੀ ਹੈ ਅਸੀਂ ਸਮਝ ਨਹੀਂ ਪਾਵਾਂਗੇ। ਅਸੀਂ ਸਿਰਫ ਪਿਆਰ ਦੇ ਨਾਲ ਕਬੂਲ ਕਰਨਾ ਪਏਗਾ ਅਤੇ ਸਮਝਣਾ ਪਏਗਾ ਕਿ ਤੂੰ ਮੇਰਾ ਖਿਆਲ ਰੱਖ ਰਿਹਾ। ਅਤੇ ਚਲੋ ਰਲ ਕੇ ਫਿਰ ਆਪਾਂ ਮਨ ਦੇ ਵਿੱਚ ਆਪਣੇ ਆਪ ਨੂੰ ਜੋਤੀ ਬਿੰਦੂ ਅਤੇ ਜੋਤੀ ਬਿੰਦੂ ਪਰਮਾਤਮਾ ਨੂੰ ਵੇਖੀਏ ਰਲ ਕੇ। ਅਤੇ ਇਸ ਐਪੀਸੋਡ ਵੀ ਯੋਗ ਦੇ ਵਿੱਚ ਮਤਲਬ ਕਿ ਮਨ ਦੇ ਸਕਰੀਨ ਦੇ ਉੱਤੇ ਅਸੀਂ ਇੱਕ ਓਂਕਾਰ ਨੂੰ ਵੇਖਾਂਗੇ ਅਤੇ ਫਿਰ ਅਸੀਂ ਇਸ ਐਪੀਸੋਡ ਦੇ ਸੁਣਦੇ ਵੀ ਅਸੀਂ ਯੋਗ ਕਰ ਰਹੇ ਹੋਵਾਂਗੇ ਅਤੇ ਉਸ ਅਕਾਲ ਪੁਰਖ ਦਾ ਸ਼ਕਤੀ ਲੈ ਰਹੇ ਹਾਂ। ਦਿਹਾੜੀ ਵਿੱਚ ਕਈ ਵਾਰੀ ਅਸੀਂ ਇਕੱਲੇ ਬਹਿ ਕੇ ਨਹੀਂ ਕਰ ਸਕਦੇ, ਅਤੇ ਕਿਉਂ ਨਾ ਹੁਣੇ ਹੀ ਇਸ ਵੇਲੇ ਹੀ ਸਿਮਰਨ ਵਿੱਚ ਹੀ ਅਸੀਂ ਸੁਣੀਏ। ਅਸੰਖ ਜਪ ਅਸੰਖ ਪਾਓ, ਅਸੰਖ ਪੂਜਾ ਅਸੰਖ ਤਪਤਾਓ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹੇ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾਤਾਰ, ਅਸੰਖ ਸੂਰ ਮੋਪਕ ਸਾਰ, ਅਸੰਖ ਮੋਨ ਲਿਵਲਾਹੇ ਤਾਰ, ਕੁਦਰਤ ਕਵਣ ਕਹਾਂ ਵਿਚਾਰ ਵਾਰਿਆ ਨ ਜਾਵਾ ਏਕ ਵਾਰ, ਜੋ ਤੁਧ ਭਾਵੈ ਸਹੀ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਜਪ ਅਸੰਖ ਪਾਓ। ਗੁਰੂ ਜੀ ਇੱਥੇ ਕਹਿ ਰਹੇ ਨੇ ਕਿ ਤੈਨੂੰ ਜਪ ਰਿਹਾ ਇੰਨੇ, ਤੈਨੂੰ ਪਿਆਰ ਕਰ ਰਹੇ ਨੇ ਇੰਨੇ। ਅਸੰਖ ਪੂਜਾ ਅਸੰਖ ਤਪਤਾਓ, ਤੈਨੂੰ ਪੂਜਾ ਕਰ ਰਹੇ ਨੇ ਇੰਨੇ, ਤੈਨੂੰ ਪਾਉਣ ਵਾਸਤੇ ਤਪ ਕਰ ਰਹੇ ਨੇ ਕਿੰਨੇ। Unaccountable are the many that are your name chanting. Unaccountable are the many that to all are ever so loving. Unaccountable are the many that are worshipping. Unaccountable are the many that do penance, so severely practicing. Countless recite out loud the scriptures and Vedas as prayers. Countless yogis do so silently in the mind, remaining detached from the worldly flare. ਮਤਲਬ ਗੁਰੂ ਜੀ ਇਸ ਪੌੜੀ ਦੇ ਵਿੱਚ ਸਾਨੂੰ ਦੱਸਣਾ ਚਾਹੁੰਦੇ ਨੇ ਕਿ ਇੰਨਾ ਕੁਛ ਹੋ ਰਿਹਾ ਦੁਨੀਆ ਵਿੱਚ, ਪਰ ਸਾਨੂੰ ਸਮਝਣਾ ਪਏਗਾ ਕਿ ਸਾਰੇ ਉਸਦੇ ਭਾਣਾ ਵਿੱਚ ਹੋ ਰਿਹਾ। ਕੋਈ ਗਲਤ ਤਰੀਕੇ ਨਾਲ ਵੀ ਰੱਬ ਨੂੰ ਯਾਦ ਕਰ ਰਿਹਾ, ਉਹ ਵੀ ਉਸਦੇ ਭਾਣੇ ਵਿੱਚ ਹੈ। ਹਾਂ, ਅਸੀਂ ਜੇ ਸਮਝਦੇ ਇਸ ਗੱਲ ਨੂੰ ਤਾਂ ਸਾਨੂੰ ਜਾਗਣਾ ਚਾਹੀਦਾ ਅਤੇ ਅਸੀਂ ਫਿਰ ਸਹੀ ਰਾਹ ਮਤਲਬ ਉਸਦੀ ਸਿਮਰਨ ਕਰਨ ਦਾ ਰਾਹ ਵਿੱਚ ਲੱਗੀਏ। ਪਰ ਜਿੰਨਾ ਚਿਰ ਅਸੀਂ ਜਾਗਾਂਗੇ ਨਹੀਂ ਅਤੇ ਕਿਸੇ ਨੂੰ ਕ੍ਰਿਟੀਸਾਈਜ਼ ਕਰਨਾ ਨਹੀਂ ਚਾਹੀਦਾ। ਅਤੇ ਜੇ ਅਸੀਂ ਜਾਗ ਵੀ ਪਏ ਹਾਂ ਤਾਂ ਵੀ ਅਸੀਂ ਕਿਸੇ ਨੂੰ ਕ੍ਰਿਟੀਸਾਈਜ਼ ਨਹੀਂ ਕਰ ਸਕਦੇ, ਕਿਉਂਕਿ ਸਾਰਾ ਕੁਛ ਉਸਦੇ ਭਾਣਾ ਵਿੱਚ ਹੀ ਹੋ ਰਿਹਾ। ਮਤਲਬ ਇਹ ਅਸੰਖ ਜਪ ਰਹੇ ਨੇ, ਮਤਲਬ ਉਹ ਜਪ ਹੀ ਰਹੇ ਨੇ, ਮਤਲਬ ਉਹ ਅੱਗੋਂ ਟੁਰਦੇ ਨੇ ਪਏ ਨੇ। ਉਸ ਅਕਾਲ ਪੁਰਖ ਨੂੰ ਕਈ ਵਿਸ਼ਵਾਸ ਨਾਲ ਪਿਆਰ ਕਰਦੇ ਨੇ, ਉਹ ਪਿਆਰ ਦੇ ਵਿੱਚ ਹੀ ਮਸਤ ਨੇ, ਅਤੇ ਕਈ ਪੂਜਾ ਕਰਦੇ ਨੇ, ਕਈ ਤਪ ਕਰਦੇ ਪਏ ਨੇ। ਇਹ ਸਾਰੇ ਤਰੀਕੇ ਨੇ ਜੋ ਲੋਕ ਕਰਦੇ ਨੇ। ਅਸੰਖ ਗ੍ਰੰਥ ਮੁਖ ਵੇਦ ਪਾਠ, ਮਤਲਬ ਕਈ ਲੋਕ ਨੇ ਜੋ ਕਿ ਸ਼ਾਸਤਰਾਂ ਨੂੰ ਵੀ ਪੜ੍ਹਦੇ ਪਏ ਨੇ,
वेद ਨੂੰ ਗ੍ਰੰਥ ਨੂੰ ਇੰਨਾ ਪੜ੍ਹਦੇ ਪਏ ਨੇ, ਪਾਠ ਕਰਦੇ ਨੇ, ਅਸੰਗ ਜੋਗ ਮਨ ਰਹੇ ਉਦਾਸ। ਅਤੇ ਕਈ ਹੈ ਨੇ ਜਿਹੜੇ ਕਿ ਸਮਝਦੇ ਨੇ ਕਿ ਆਪਣੇ ਮਨ ਨੂੰ ਉਦਾਸ ਰੱਖਣਾ ਹੀ ਰੱਬ ਨੂੰ ਪਾਉਣ ਦਾ ਤਰੀਕਾ ਹੈ। ਫਿਰ ਉਹ ਆਪਣੇ ਆਪ ਨੂੰ ਉਦਾਸੀ ਵਿੱਚ ਚਲੇ ਜਾਂਦੇ ਨੇ, ਮਤਲਬ ਮਾਰਦੇ ਵੀ ਨੇ। ਕਈ ਲੋਕ ਅਲੱਗ ਤਰੀਕੇ ਨਾਲ ਅਲੱਗ ਤਰੀਕੇ ਨਾਲ ਰੱਬ ਨੂੰ ਯਾਦ ਕਰਦੇ ਨੇ। ਦੁਨੀਆ ਬਹੁਤ ਵੱਡੀ ਹੈ ਅਤੇ ਅਲੱਗ ਲੋਕ ਬਹੁਤ ਅਜੀਬ ਤਰੀਕੇ ਨਾਲ ਰੱਬ ਨੂੰ ਯਾਦ ਕਰ ਰਹੇ। ਇੱਥੇ ਗੁਰੂ ਜੀ ਸਾਨੂੰ ਉਸ ਗੱਲ 'ਤੇ ਧਿਆਨ ਦਿਲਾਉਂਦੇ ਪਏ ਨੇ ਕਿ ਕਿੰਨੇ ਇਹੋ ਜਿਹੇ ਲੋਕ ਨੇ ਜੋ ਅਲੱਗ ਤਰੀਕੇ ਨਾਲ ਮੈਨੂੰ ਯਾਦ ਕਰ ਰਹੇ ਨੇ। ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾਤਾਰ, ਅਸੰਖ ਸੂਰ ਮੋਹ ਪਖਸਾਰ, ਅਸੰਖ ਮੋਨ ਲਿਵਲਾਏ ਤਾਰ। ਕੁਦਰਤ ਕਵਨ ਕਹਾ ਵਿਚਾਰ, ਵਾਰਿਆ ਨ ਜਾਵਾ ਏਕ ਵਾਰ, ਜੋ ਤੁਧ ਭਾਵੈ ਸਹੀ ਪਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। Unaccountable are the numerous devotees that reflect your excellences and philosophies. Unaccountable are the many that are pure and countless, that share your bounties. ਇੱਥੇ ਗੁਰੂ ਜੀ ਪਹਿਲੀ ਜਿਹੜੀ ਲਾਈਨ ਹੈ, ਅਸੰਖ ਭਗਤ ਗੁਣ ਗਿਆਨ ਵਿਚਾਰ, ਮਤਲਬ ਕਈ ਭਗਤ ਨੇ ਜਿਹੜਾ ਤੇਰੇ ਗੁਣ ਨੂੰ, ਤੇਰੇ ਗਿਆਨ ਨੂੰ ਵਿਚਾਰ ਰਹੇ ਨੇ ਅਤੇ ਬਹੁਤ ਅੱਛੀ ਤਰ੍ਹਾਂ ਕਰ ਰਹੇ ਨੇ, ਤੇਰੇ ਫਿਲੋਸਫੀ ਵਗੈਰਾ ਸਭ ਕੁਝ ਸਮਝ ਰਹੇ ਨੇ। ਅਤੇ ਅਸੰਖ ਸਤੀ ਅਸੰਖ ਦਾਤਾਰ, ਮਤਲਬ ਇਹੋ ਜਿਹੇ ਵੀ ਹੈ ਨੇ ਜਿਹੜਾ ਕਿ ਸਤੀ ਨੇ, ਮਤਲਬ ਬਹੁਤ ਸਤ ਨੇ, ਬਹੁਤ ਸ਼ੁੱਧ ਨੇ, ਬਹੁਤ ਪਿਓਰ ਨੇ। ਅਤੇ ਤੇਰੇ ਦਾਤਾਰ ਦੇ ਉੱਤੇ, ਤੇਰੇ ਅਸੰਖ ਦਾਤਾਰ ਦੇ ਉੱਤੇ, ਤੇਰੇ ਦਾਤ ਦੇ ਉੱਤੇ ਜੋ ਤੂੰ ਦਿੰਦਾ ਹੈ, ਉਹ ਦਾਤ, ਉਸਨੂੰ ਦਾਤ ਕਹਿੰਦੇ ਹਾਂ, ਉਹਦੇ ਉੱਤੇ ਗੌਰ ਕਰ ਰਹੇ। ਇੰਗਲਿਸ਼ ਵਿੱਚ ਅਸੀਂ ਬੋਲਦੇ ਹਾਂ ਬਾਉਂਟੀਜ਼। ਤਾਂ ਇੰਨੇ ਲੋਕ ਇਹ ਸਾਰਾ ਕੁਝ ਕਰ ਰਹੇ ਨੇ। ਕਾਊਂਟਲੈਸ ਆਰ ਦ ਬਰੇਵ ਦੈਟ ਬੇਅਰ ਆਲ ਅਟੈਕਸ ਵਿਦਾਊਟ ਅ ਮੋਨ, countless the silent sages who are lovingly seated and focused on you alone. ਅਸੰਖ ਸੂਰ ਮੋਹ ਪਖਸਾਰ, ਮਤਲਬ ਇਹੋ ਜਿਹੇ ਹੈ ਨੇ ਜਿਹੜੇ ਇੰਨੇ ਸੂਰ, ਮਤਲਬ ਇੰਨੇ ਬਰੇਵ ਨੇ, ਇੰਨੇ ਸ਼ਕਤੀਸ਼ਾਲੀ ਨੇ, ਜਿਹੜਾ ਕਿ ਜੋ ਵੀ ਉਸ ਦੇ ਉੱਤੇ ਵਾਰ ਕਰਦੇ ਨੇ ਉਹ ਆਰਾਮ ਨਾਲ ਸਹਿ ਸਕਦੇ ਨੇ। ਮਤਲਬ ਅਸੰਖ ਸੂਰ ਮੋਹ ਪਖਸਾਰ, ਉਹ ਸਹਿ ਸਕਦੇ ਨੇ ਜੋ ਉਸ ਦੇ ਉੱਤੇ ਵਾਰ ਜਿੰਨਾ ਮਰਜ਼ੀ ਕਰਦੇ ਨੇ। ਇੰਨੀ ਉਹਨਾਂ ਦੇ ਵਿੱਚ ਸ਼ਕਤੀ ਹੈ। ਇਹ ਸਾਰੇ ਕਰਿਸ਼ਮੇ ਵਾਲੇ ਸ਼ਕਤੀ ਨੇ। ਕਈ ਉਸ ਦੇ ਵੀ ਬਾਰੇ ਗੁਰੂ ਜੀ ਗੱਲ ਕਰ ਰਹੇ ਨੇ। ਮਤਲਬ ਦੁਨੀਆ ਵਿੱਚ ਇਹੋ ਜਿਹੇ ਲੋਕ ਹੈ ਨੇ ਜਿਹੜੇ ਸ਼ਕਤੀਸ਼ਾਲੀ ਨੇ। ਅਸੰਖ ਮੋਨ ਲਿਵਲਾਏ ਤਾਰ, ਕਈ ਇਹੋ ਜਿਹੇ ਲੋਕ ਨੇ ਕਿ ਉਹ ਗੱਲ ਹੀ ਨਹੀਂ ਕਰਨਗੇ, ਉਹ ਚੁੱਪ ਵਿੱਚ ਅਕਾਲ ਪੁਰਖ ਨੂੰ, ਮਤਲਬ ਉਹ ਆਪਣਾ ਮੌਨ ਵਿੱਚ ਹੀ ਰਹਿੰਦੇ ਨੇ। ਇਸ ਦੇ ਵਿੱਚ ਵੀ ਬੜੀ ਸ਼ਕਤੀ ਚਾਹੀਦੀ ਹੈ। ਮਤਲਬ ਇਹ ਜਿਹੜੇ ਗੁਰੂ ਜੀ ਕਹਿੰਦੇ ਨੇ ਇੰਨੇ ਲੋਕ ਨੇ, ਬੇਹੱਦ ਲੋਕ ਨੇ, ਬੇਅੰਤ ਲੋਕ ਨੇ ਜਿਹੜੇ ਇਹੋ ਜਿਹੇ ਤਰੀਕੇ ਕਰ ਰਹੇ ਨੇ ਰੱਬ ਨੂੰ ਪਾਉਣ ਵਾਸਤੇ ਹੈ ਨੇ। ਅਤੇ ਇਹ ਗਲਤ ਨਹੀਂ ਨੇ, ਕਿਉਂਕਿ ਸਭ ਉਸ ਦੀ ਹੁਕਮ ਦੇ ਵਿੱਚ ਚੱਲ ਰਿਹਾ। ਇਹ ਗੱਲ ਗੁਰੂ ਜੀ ਸਾਨੂੰ ਦੱਸਦੇ। ਕਾਊਂਟਲੈਸ ਆਰ ਦ ਬਰੇਵ ਦੈਟ ਬੇਅਰ ਆਲ ਅਟੈਕਸ ਵਿਦਾਊਟ ਅ ਮੋਨ, ਮਤਲਬ ਉਹ ਬੋਲਦੇ ਹੀ ਨਹੀਂ, ਉਹ ਕਰਦੇ ਵੀ ਨਹੀਂ, ਇੰਨਾ ਸਹਿਣ ਸ਼ਕਤੀ ਹੈ। Countless the silent sages who are lovingly seated and focused on your glance alone. Where then can I begin to even understand you? ਇਹੋ ਜਿਹੇ ਬੰਦੇ ਨੇ ਅਤੇ ਮੈਂ ਕਿਵੇਂ ਫਿਰ ਤੈਨੂੰ ਸਮਝਾਂ। ਕੁਦਰਤ ਕਵਨ ਕਹਾਂ ਵਿਚਾਰ, ਮੇਰੇ ਵਸ ਵਿੱਚ ਹੈ ਕਿ ਮੈਂ ਤੈਨੂੰ ਸਮਝਾਂ। ਜਿਹੜੇ ਇੰਨੇ ਲੋਕ, ਗੁਰੂ ਨਾਨਕ ਦੇਵ ਜੀ ਕਹਿ ਰਹੇ ਨੇ ਕਿ ਇੰਨੇ ਲੋਕ ਇੰਨਾ ਕੁਝ ਕਰ ਰਹੇ ਨੇ ਤੈਨੂੰ ਪਾਉਣ ਵਾਸਤੇ, ਅਤੇ ਮੈਂ ਕੌਣ। ਮਤਲਬ ਆਪਣੇ ਹਉਮੈ ਇੱਥੇ ਕੱਟ ਜਾਂਦੀ ਹੈ ਕਿ ਇੰਨੇ ਲੋਕ ਇੰਨਾ ਕੁਝ ਕਰਦੇ ਨੇ ਅਤੇ ਮੈਂ ਕੀ ਕਰ ਰਹੀ ਹਾਂ। ਕੁਦਰਤ ਕਵਨ ਕਹਾਂ ਵਿਚਾਰ, ਮੈਂ ਕੌਣ ਤੇਰੀ ਵਿਚਾਰ ਕਰਨ ਵਾਲਾ, ਤੇਰੀ ਕੁਦਰਤ 'ਤੇ ਵਿਚਾਰ ਕਰਨ ਵਾਲਾ। ਵਾਰੇ ਨ ਜਾਵਾ ਏਕ ਵਾਰ, ਜੋ ਤੁਧ ਭਾਵੈ ਸਹੀ ਪਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਮਤਲਬ ਤੇਰੇ ਭਾਣੇ ਵਿੱਚ ਹੀ ਸਾਰਾ ਕੁਝ ਚੱਲ ਰਿਹਾ। ਮਤਲਬ ਅਸੀਂ ਜਦੋਂ ਇਹ ਅਸੰਖ ਦੀਆਂ ਪੌੜੀਆਂ ਸੁਣਦੇ ਹਾਂ, ਸਮਝਦੇ ਹਾਂ, ਫਿਰ ਅਸੀਂ ਸਮਝ ਪਾਵਾਂਗੇ ਕਿ ਇੰਨੀ ਵੱਡੀ ਗੱਲ ਗੁਰੂ ਜੀ ਕਰ ਰਹੇ ਨੇ। ਅਤੇ ਅਸੀਂ ਸਿਰਫ ਸਿੰਪਲ, ਗੁਰੂ ਨੇ ਸਾਨੂੰ ਤਰੀਕਾ ਦੱਸਿਆ, ਅਕਾਲ ਪੁਰਖ ਨੇ ਸਾਨੂੰ ਦੱਸਿਆ ਕਿ ਇਹ ਸ਼ਕਤੀਆਂ ਤੋਂ ਉੱਤੇ ਉਸ ਦੀ ਦਰਗਾਹ ਵਿੱਚ ਜੇ ਤੂੰ ਪਿਆਰ ਪਾਉਣਾ ਹੈ,
ਜਿਹੜੀ ਪੰਜ ਦੀ ਪੌੜੀ ਵਿੱਚ ਅਸੀਂ ਸੁਣਿਆ ਸੀ ਕਿ ਉਸ ਦੀ ਦਰਗਾਹ ਵਿੱਚ ਅਸੀਂ ਜੇ ਮਾਣ ਪਾਣੇ ਪੰਛੇ ਪਾਵੇ ਦਰਗੇ ਮਾਣ, ਅਤੇ ਅਸੀਂ ਫਿਰ ਉਸ ਸੁਣੇ ਮਨੇ ਉਸ ਦੀ ਗੱਲ ਨੂੰ ਸੁਣ ਕੇ ਮੰਨਣਾ ਪਏਗਾ। ਅਤੇ ਪਹਿਲੀ ਪੌੜੀ ਵਿੱਚ ਹੀ ਗੁਰੂ ਜੀ ਨੇ ਕਈ ਗੱਲਾਂ ਨੂੰ ਪਹਿਲਾਂ ਹੀ ਡਿਲੀਟ ਕਰ ਦਿੱਤਾ ਕਿ ਚੁੱਪ ਰਹਿਣ ਦੇ ਨਾਲ ਅਗਰ ਮਨ ਦੀ ਸ਼ਾਂਤੀ, ਮਨ ਦੀ ਚੁੱਪ ਨਹੀਂ ਹੁੰਦੀ ਤਾਂ ਫਿਰ ਕੀ ਫਾਇਦਾ। ਇਸ਼ਨਾਨ ਕਰਨ ਦੇ ਨਾਲ ਕੀ ਫਾਇਦਾ, ਭੁੱਖਿਆ ਰਹਿਣ ਦੇ ਨਾਲ ਕੀ ਫਾਇਦਾ, ਜ਼ਿਆਦਾ ਕਿਤਾਬਾਂ ਪੜ੍ਹਨ ਦੇ ਨਾਲ ਕੀ ਫਾਇਦਾ। ਅਤੇ ਮਤਲਬ ਅਸੀਂ ਖੁਸ਼ਨਸੀਬ ਆਪਣੇ ਆਪ ਨੂੰ ਸਮਝਣਾ ਚਾਹੀਏ ਕਿ ਸਾਡੀ ਜ਼ਿੰਦਗੀ ਵਿੱਚ ਅਸੀਂ ਇੰਨੇ ਆਸਾਨ ਤਰੀਕੇ ਨਾਲ ਅਕਾਲ ਪੁਰਖ ਨੂੰ ਸਮਝ ਰਹੇ ਹਾਂ, ਅਕਾਲ ਪੁਰਖ ਨੂੰ ਮਿਲ ਰਹੇ ਹਾਂ। ਸਿਰਫ ਆਪਣੇ ਆਪ ਨੂੰ ਜੋਤੀ ਬਿੰਦੂ ਸਮਝ ਕੇ ਉਸ ਨੂੰ ਜੋਤੀ ਬਿੰਦੂ ਰੂਪ ਵਿੱਚ ਮਨ ਵਿੱਚ ਦੇਖ ਕੇ ਬਸ ਇੰਨਾ ਹੀ ਕਰਨਾ ਹੈ। ਹਾਂ, ਕਿਉਂਕਿ ਇਹਦੇ ਵਿੱਚ ਹੀ ਇੰਨੀ ਸ਼ਕਤੀ ਹੈ। ਗੁਰੂ ਦੀ ਦਰਗਾਹ ਵਿੱਚ ਅਸੀਂ ਸਿਰਫ ਉਸ ਨੂੰ ਯਾਦ ਕਰਨਾ, ਉਸ ਨੂੰ ਸਿਮਰਨ ਕਰਨਾ, ਉਸ ਦੀ ਦਰਗਾਹ ਵਿੱਚ ਆਉਣ ਵਾਸਤੇ, ਉਸ ਦੀ ਖੁਸ਼ੀ ਨੂੰ ਜਿੱਤਣ ਵਾਸਤੇ। ਕੋਈ ਵੱਡੀ ਅਸੀਂ ਮਤਲਬ ਇਹਨਾਂ ਲੋਕਾਂ ਜਿਹੜਾ ਇਹ ਕਰਦੇ ਪਏ ਨੇ, ਅਸੀਂ ਉਹਨਾਂ ਨੂੰ ਮਾਣ ਦੇਣਾ ਚਾਹੀਦਾ। ਅਸੀਂ ਉਹਨਾਂ ਨੂੰ ਸਮਝਣਾ ਹੀ ਚਾਹੀਦਾ ਕਿ ਉਹ ਵੀ ਭਾਣਾ ਵਿੱਚ ਹੀ ਜਾ ਰਹੇ ਨੇ। ਉਹਨੂੰ ਅਸੀਂ ਕ੍ਰਿਟੀਸਾਈਜ਼ ਨਹੀਂ ਕਰਾਂਗੇ, ਪਰ ਆਪਣੀ ਜਦੋਂ ਆਪਣੇ 'ਤੇ ਗੱਲ ਆਉਂਦੀ ਹੈ, ਅਸੀਂ ਸਿਰਫ ਜਿਹੜੀ ਆਸਾਨ ਤਰੀਕਾ ਹੈ ਉਹ ਅਕਾਲ ਪੁਰਖ, ਇੱਕ ਤਾਂ ਅੰਦਰ ਚਾਹ ਹੋਣੀ ਚਾਹੀਦੀ। ਜੇ ਮੈਨੂੰ ਚਾਹ ਹੀ ਨਹੀਂ ਹੈ ਅਤੇ ਮੈਂ ਬੈਠੀ ਹਾਂ ਸਤਸੰਗ ਸੁਣਨ ਵਾਸਤੇ, ਅਤੇ ਮੈਂ ਆਪਣੇ ਆਪ ਨੂੰ ਜੋਤੀ ਬਿੰਦੂ ਸਮਝ ਕੇ, ਜੋਤੀ ਬਿੰਦੂ ਅਕਾਲ ਪੁਰਖ ਨੂੰ ਮਿਲ ਕੇ ਉਸ ਦੇ ਵਿੱਚ ਕੋਈ ਸ਼ੌਂਕ ਨਾ ਹੋਏ, ਕੋਈ ਪਿਆਰ ਨਾ ਹੋਵੇ, ਕੋਈ ਸਿਰਫ ਕਰ ਰਹੀ ਹਾਂ ਐਵੇਂ, ਫਿਰ ਉਹ ਲਾਭਦਾਇਕ ਨਹੀਂ। ਉਹ ਉਸ ਦੇ ਵਿੱਚ ਫਲ ਹੈਗਾ ਪਰ ਥੋੜ੍ਹਾ ਹੈਗਾ। ਪਰ ਜੇ ਅਸੀਂ ਧਿਆਨ ਨਾਲ ਸੁਣ ਰਹੇ ਹਾਂ ਅਤੇ ਸਾਨੂੰ ਮਤਲਬ ਅੰਦਰ ਵਿਰਾਗ ਜਾਗ ਰਿਹਾ ਹੈ ਕਿ ਮੈਂ ਸੱਚ ਵਿੱਚ ਅਕਾਲ ਦੁਨੀਆ ਵਿੱਚ ਆਈ ਹਾਂ, ਕਿਉਂ ਆਈ ਹਾਂ, ਇਹ ਸਰੀਰ ਛੱਡ ਕੇ ਜਾਣਾ ਹੈ, ਅਤੇ ਸਰੀਰ ਛੱਡ ਕੇ ਜਾਵਾਂਗੀ ਅਤੇ ਕਿੱਥੇ ਜਾਵਾਂਗੀ, ਅਤੇ ਕਿੱਥੋਂ ਮੈਂ ਆਈ ਹਾਂ, ਅਤੇ ਸਰੀਰ ਵਿੱਚ ਰਹਿਣ ਦਾ ਮਤਲਬ ਕੀ ਹੈ, ਅਤੇ ਮੈਂ ਇਹ ਰਿਸ਼ਤੇ ਮੇਰੇ ਜਿਹੜੇ ਨੇ ਇੰਨੇ ਰਿਸ਼ਤੇ ਨੇ ਉਹਨਾਂ ਨਾਲ ਮੈਂ ਤੰਗ ਕਿਉਂ ਹੋ ਚੁੱਕੀ ਹਾਂ। ਜ਼ਰਾ ਕੁ ਬਿਮਾਰ ਬੰਦਾ ਹੋ ਜਾਂਦਾ, ਕਿੰਨਾ ਮਨ ਡੋਲਦਾ ਹੈ ਕਿ ਹਾਈ ਮੈਂ ਥੱਕ ਗਈ ਹਾਂ ਇਸ ਸਰੀਰ ਵਿੱਚ ਰਹਿ ਕੇ, ਬਸ ਇਹ ਜ਼ਿੰਦਗੀ ਬਹੁਤ ਤੰਗ ਕਰਦੀ ਹੈ, ਸਤਾਉਂਦੀ ਹੈ। ਇਹੋ ਜਿਹੇ ਖਿਆਲ ਜ਼ਰੂਰ ਆਉਂਦਾ, ਹਰ ਇੱਕ ਨਾਲ ਆਉਂਦਾ। ਤੁਸੀਂ ਆਪਣੇ ਆਪ ਨੂੰ ਇਕੱਲੇ ਨਾ ਮਹਿਸੂਸ ਕਰੋ, ਸਾਰੇ ਇਸ ਤਰ੍ਹਾਂ ਫੀਲ ਕਰਦੇ। ਅੱਜ ਕੱਲ੍ਹ ਤਾਂ ਕਲਯੁੱਗ ਦੇ ਅੰਤ ਤੱਕ ਜੋ ਪਹੁੰਚ ਗਿਆ, ਅਤੇ ਜੇ ਆਪਾਂ ਉਸ ਅਕਾਲ ਪੁਰਖ ਨੂੰ ਮਿਲ ਕੇ ਆਪਣੇ ਇਹ ਦੁੱਖ ਨੂੰ ਨਾਸ਼ ਕਰ ਲਈਏ ਅਤੇ ਸੁੱਖ ਨੂੰ ਪਾ ਲਈਏ, ਪਾਪ ਅਤੇ ਦੁੱਖ ਨਾਸ਼ ਕਰ ਸਕਦੇ ਹਾਂ ਜਿਵੇਂ ਅਸੀਂ ਪੜ੍ਹ ਰਹੇ ਹਾਂ, ਸਮਝ ਰਹੇ ਹਾਂ। ਅਤੇ ਕਿਉਂ ਨਾ ਅਸੀਂ ਕਰੀਏ, ਕਿਉਂ ਅਸੀਂ ਚਾਹੁੰਦੇ ਹਾਂ ਕਿ ਅਸੀਂ ਜਮ ਦੇ ਸਾਹਮਣੇ ਕਰੀਏ। ਪਿਛਲੇ ਪੌੜੀ ਵਿੱਚ ਵੀ ਅਸੀਂ ਜਮ ਦੇ ਬਾਰੇ ਵੀ ਸੁਣਿਆ ਸੀ। ਅਤੇ ਮਤਲਬ ਜਿਹੜੀ ਯੋਗ ਦੇ ਨਾਲ ਅਸੀਂ ਆਪਣਾ ਕਰਮ ਕੱਟ ਸਕਦੇ ਹਾਂ, ਯੋਗ ਦੇ ਨਾਲ ਅਸੀਂ ਹੁਣੇ ਖੁਸ਼ੀ ਪਾ ਸਕਦੇ ਹਾਂ, ਯੋਗ ਦੇ ਨਾਲ ਅਸੀਂ ਹੁਣੇ ਰੱਬੀ ਰਾਹ 'ਤੇ ਜਾ ਸਕਦੇ ਹਾਂ, ਰੱਬੀ ਸ਼ਕਤੀ ਪਾ ਸਕਦੇ ਹਾਂ, ਗੁਣਵਾਨ ਬਣ ਸਕਦੇ ਹਾਂ। ਅਤੇ ਕਿਉਂ ਨਾ ਫਿਰ ਰੱਬ ਨੂੰ ਮਿਲੀਏ, ਕਿਉਂ ਨਾ ਫਿਰ ਉਸ ਨੂੰ ਯਾਦ ਕਰੀਏ। ਇੰਨਾ ਸੌਖਾ ਤਾਂ ਗੱਲ ਹੈ, ਟਰਾਈ ਤਾਂ ਕਰਕੇ ਵੇਖੀਏ। ਸ਼ਾਇਦ ਮੈਨੂੰ ਇੰਨਾ ਕੁਛ ਮਿਲ ਜਾਏ ਕਿ ਮੈਂ ਛੱਡ ਨਹੀਂ ਪਾਵਾਂਗੀ ਇਸ ਨੂੰ। ਅਕਸਰ ਗੁਰੂ ਨਾਨਕ, ਬੁੱਧਾ, ਜੀਸਸ, ਇਹਨਾਂ ਨੂੰ ਇੰਨਾ ਕੁਛ ਮਿਲਿਆ ਹੋਏਗਾ ਤਾਂ ਉਹ ਰੱਬੀ ਰਾਹ 'ਤੇ ਆਪਣੀ ਜ਼ਿੰਦਗੀ ਨਿਛੋਵਰ ਕਰ ਲੈਣ, ਆਪਣੀ ਜ਼ਿੰਦਗੀ ਹੀ ਸੈਕਰੀਫਾਈਸ ਕੀਤਾ ਇਸ ਰਾਹ ਵਾਸਤੇ। ਜਿਸ ਨੂੰ ਅਸੀਂ ਰੋਲ ਮਾਡਲ ਬਣਾਇਆ, ਉਹਨਾਂ ਨੇ ਰੱਬੀ ਰਾਹ ਵਾਸਤੇ ਆਪਣਾ ਜ਼ਿੰਦਗੀ ਦਿੱਤੀ ਹੈ। ਅਤੇ ਕਿਉਂ ਨਾ ਅਸੀਂ ਵੀ ਉਹਨਾਂ ਵਰਗਾ ਬਣੀਏ। ਪੌੜੀ ਵਿੱਚ ਵੀ ਸੁਣਿਆ ਸੀ ਕਿ ਸੰਤੋਖ ਅਤੇ ਦਇਆ ਇੰਨੇ ਵੱਡੇ ਵੱਡੇ ਗੁਣ ਨੇ, ਸਾਡੇ ਵਿੱਚ ਕਿੱਥੇ ਹੈ। ਅਤੇ ਉਸ ਨੂੰ ਲਿਆਉਣ ਵਾਸਤੇ ਆਪਣੀ ਜ਼ਿੰਦਗੀ ਵਿੱਚ ਸਾਨੂੰ ਅਕਾਲ ਪੁਰਖ ਨੂੰ ਮਿਲਣਾ ਪਏਗਾ। ਕਿੱਥੋਂ ਅਸੀਂ ਸ਼ੋਪਿੰਗ ਕਰਨ ਜਾਈਏ ਗੁਣਾਂ ਵਾਸਤੇ, ਸ਼ਕਤੀਆਂ ਵਾਸਤੇ। ਕੱਪੜੇ ਦੀ ਲੋੜ ਹੈ ਅਤੇ ਅਸੀਂ ਡਿਪਾਰਟਮੈਂਟ ਸਟੋਰ ਚਲੇ ਜਾਂਦੇ ਹਾਂ, ਫਲ ਫਰੂਟ ਦੀ ਲੋੜ ਹੈ ਅਤੇ ਅਸੀਂ ਸੁਪਰ ਮਾਰਕੀਟ ਜਾਂ ਮਾਰਕੀਟ ਚਲੇ ਜਾਂਦੇ ਹਾਂ। ਬਲਕਿ ਜੇ ਸਾਨੂੰ ਰੱਬੀ ਗੁਣ ਚਾਹੀਦੇ ਅਤੇ ਫਿਰ ਰੱਬ ਕੋਲ ਜਾਣਾ ਪਏਗਾ। ਅਤੇ ਚਲੀਏ ਰੱਬ ਕੋਲ ਜਾ ਕੇ ਰੱਬੀ ਗੁਣ ਦੀ ਸ਼ੋਪਿੰਗ ਕਰੀਏ, ਫਿਰ ਅਸੀਂ ਸਮਝਾਂਗੇ। ਔਰ ਇਹਦੇ ਵਿੱਚ ਕੋਈ ਖਰਚਾ ਵੀ ਨਹੀਂ ਹੈ,
ਸਿਰਫ ਸਾਨੂੰ ਆਪਣਾ ਟਾਈਮ ਦੇਣਾ ਪਏਗਾ, ਆਪਣਾ ਪਿਆਰ ਦੇਣਾ ਪਏਗਾ, ਆਪਣੇ ਮਨ ਦੇਣਾ ਪਏਗਾ। ਅਤੇ ਮਨ ਦੇਣ ਦਾ ਤਰੀਕਾ ਬਹੁਤ ਆਸਾਨ ਹੈ, ਕਿਉਂਕਿ ਕਈ ਵਾਰੀ ਸਾਰੇ ਕਹਿੰਦੇ ਨੇ ਮੇਰਾ ਮਨ ਬੜਾ ਭੜਕਦਾ ਹੈ, ਜਦੋਂ ਮੈਂ ਰੱਬ ਨੂੰ ਯਾਦ ਕਰਨ ਵਾਸਤੇ ਬਹਿੰਦੀ ਹਾਂ ਮੇਰਾ ਮਨ ਉੱਥੇ ਜਾਂਦਾ ਇੱਥੇ ਜਾਂਦਾ। ਇਹ ਗੱਲ ਤਾਂ ਹੁੰਦੀ ਹੈ ਕਿਉਂਕਿ ਅਸੀਂ ਆਪਣੇ ਵਿਜ਼ਨ ਨੂੰ ਨਹੀਂ ਯੂਜ਼ ਕੀਤਾ। ਇਹ ਮਨ ਦੇ ਅੰਦਰ ਇੱਕ ਵਿਜ਼ਨ ਹੈ, ਇੱਕ ਸਕਰੀਨ ਹੈ। ਜਿਸ ਤਰ੍ਹਾਂ ਮੈਂ ਕਈ ਐਪੀਸੋਡ ਵਿੱਚ ਦੱਸਿਆ ਕਿ ਮੈਂ ਹੱਥ ਵਿੱਚ ਇੱਕ ਸਟ੍ਰਾਬੇਰੀ ਵੇਖਾਂ ਅਤੇ ਮਨ ਦੇ ਵਿੱਚ ਸਟ੍ਰਾਬੇਰੀ ਦਾ ਫੋਟੋ ਆ ਜਾਂਦੀ ਹੈ। ਮੈਂ ਆਪਣੀ ਪਿਤਾ ਜੀ ਦਾ ਤਸਵੀਰ ਦੇਖਾਂ ਅਤੇ ਮਨ ਵਿੱਚ ਪਿਤਾ ਜੀ ਦਾ ਤਸਵੀਰ ਆ ਜਾਂਦੀ ਹੈ। ਉਸ ਜਗ੍ਹਾ 'ਤੇ ਜਿੱਥੇ ਇਹ ਆ ਜਾਂਦੀ ਹੈ, ਉਹ ਵਿਜ਼ਨ ਉਸ ਸਕਰੀਨ ਦੇ ਉੱਤੇ, ਉਸ ਜਗ੍ਹਾ 'ਤੇ ਮੈਂ ਆਪਣੇ ਆਪ ਨੂੰ ਜੋਤੀ ਬਿੰਦੂ ਆਤਮਾ ਵੇਖਣਾ ਅਤੇ ਉਸ ਇੱਕ ਪਰਮਾਤਮਾ ਨੂੰ ਵੇਖਣਾ। ਇਹ ਵਿਜ਼ਨ ਨੂੰ ਜੇ ਅਸੀਂ ਯੂਜ਼ ਕਰਾਂਗੇ ਫਿਰ ਸਾਡਾ ਮਨ ਨਹੀਂ ਭਟਕੇਗਾ ਅਤੇ ਅਸੀਂ ਇਕਾਗਰ ਅਤੇ ਇਕਾਂਤ ਵਿੱਚ ਬਹਿ ਕੇ ਉਸ ਇੱਕ ਨੂੰ ਯਾਦ ਕਰੀਏ। ਅਸੀਂ ਇਸ ਕਾਰਜ ਵਿੱਚ ਇੱਕ ਓਂਕਾਰ ਨੂੰ ਪਹਿਚਾਨਣ ਵਾਸਤੇ, ਇੱਕ ਪਰਮ ਪਿਤਾ, ਇੱਕ ਪਰਮਾਤਮਾ ਨੂੰ ਪਹਿਚਾਨਣ ਵਾਸਤੇ, ਉਸ ਦੇ ਨਾਲ ਲਿਵ ਜੋੜਨ ਵਾਸਤੇ, ਉਸ ਦੀ ਕਹਿਣਾ ਮੰਨਣ ਵਾਸਤੇ ਅਸੀਂ ਇਕੱਠੇ ਹੋਏ ਹਾਂ। ਇਸ ਜਪਜੀ ਸਾਹਿਬ ਰਾਹੀਂ ਦੁਆਰਾ ਅਸੀਂ ਇਹ ਕਰ ਰਹੇ ਹਾਂ। ਅਤੇ ਕਿਉਂ ਨਾ ਅਸੀਂ ਰਲ ਕੇ ਹੁਣੇ ਇਸ ਐਪੀਸੋਡ ਖ਼ਤਮ ਹੋਣ ਤੋਂ ਪਹਿਲਾਂ ਰਲ ਕੇ ਇੱਕ ਵਾਰੀ ਫਿਰ ਸਿਮਰਨ ਕਰੀਏ, ਆਪਣੇ ਮਨ ਨੂੰ ਯੂਜ਼ ਕਰਦੇ, ਆਪਣੇ ਵਿਜ਼ਨ ਨੂੰ ਯੂਜ਼ ਕਰਦੇ, ਕਿਉਂਕਿ ਗੱਲਾਂ ਗੱਲਾਂ ਵਿੱਚ, ਐਗਜ਼ਾਮਪਲਸ ਵਿੱਚ ਅਸੀਂ ਟਾਈਮ ਨਾ ਵੇਸਟ ਕਰੀਏ। ਸਾਨੂੰ ਕਰਨਾ ਕੀ ਹੈ? ਸਿਮਰਨ। ਸ਼ਕਤੀ ਲੈਣੀ ਕਿੱਥੋਂ? ਅਕਾਲ ਪੁਰਖ ਤੋਂ। ਪੰਜ ਮੰਨਣਾ ਕਿਵੇਂ? ਸਿਮਰਨ ਕਰਨਾ। ਸੁਣਨ ਦਾ ਸ਼ਕਤੀ ਕਿਵੇਂ ਆਏਗੀ? ਸਿਮਰਨ ਕਰਨਾ ਪਏਗਾ। ਮੰਨਣ ਦੀ ਸ਼ਕਤੀ ਕਿੱਥੋਂ ਆਏਗੀ? ਅਕਾਲ ਪੁਰਖ ਕੋਲੋਂ। ਸਿਮਰਨ ਕਰਨਾ ਪੈਣਾ, ਉਸ ਨੂੰ ਯਾਦ ਕਰਨੀ ਪੈਣਾ। ਤਾਂ ਬੋਟਮ ਲਾਈਨ ਇਜ਼ ਨਾਮ, ਬੋਟਮ ਲਾਈਨ ਇਜ਼ ਨਾਨਕ ਕੇ ਕਰ ਕੇਵਲ ਨਾਮ। ਅਤੇ ਆਓ ਚੱਲੀਏ ਮਿਲ ਕੇ ਇੱਕ ਸੈਕਿੰਡ ਵਾਸਤੇ ਫਿਰ ਮੈਂ ਜੋਤੀ ਬਿੰਦੂ ਆਤਮਾ, ਤੂੰ ਜੋਤੀ ਬਿੰਦੂ ਪਰਮਾਤਮਾ, ਇਸ ਮਨ ਦੇ ਸਕਰੀਨ ਦੇ ਉੱਤੇ ਮੈਂ ਅਤੇ ਤੂੰ ਮਿਲ ਰਹੀ ਹਾਂ। ਦੋ ਜੋਤੀ ਦਾ ਮਿਲਨ, ਜੋਤੀ ਜੋਤ ਰਲੀ ਸੰਪੂਰਨ ਥਿਆ ਰਾਮ। ਤੇਰੀ ਕਿਰਨੇ ਮੇਰੇ ਵਿੱਚ ਆ ਰਹੀ ਹੈ ਅਤੇ ਮੈਂ ਤੇਰੇ ਗੁਣ ਅਤੇ ਤੇਰੀ ਸ਼ਕਤੀ ਨੂੰ ਆਪਣੇ ਅੰਦਰ ਸਮੇਟ ਰਹੀ ਹਾਂ, ਸਮਾ ਰਹੀ ਹਾਂ। ਮੈਨੂੰ ਤੇਰੀ ਲੋੜ ਹੈਗਾ, ਜੋ ਤੂੰ ਚਾਹੁੰਦਾ ਉਹ ਮੈਂ ਕਰਾਂਗਾ। ਮੈਨੂੰ ਅਵੇਅਰਨੈਸ ਅਤੇ ਅਵੇਕਨਿੰਗ ਦਿਓ ਕਿ ਮੈਂ ਤੇਰਾ ਭਾਣਾ ਵਿੱਚ ਰਵਾਂ, ਤੇਰਾ ਕਹਿਣਾ ਮੰਨਾਂ, ਤੇਰੀ ਰੱਬੀ ਰਾਹ 'ਤੇ ਮੈਨੂੰ ਸ਼ੌਂਕ ਹੋਵੇ ਟੁਰਨ ਦਾ। ਅਤੇ ਜਿਸ ਤਰ੍ਹਾਂ ਤੂੰ ਚਾਹੁੰਦਾ ਮੈਂ ਉਸ ਤਰ੍ਹਾਂ ਬਣ ਜਾਵਾਂ। ਸ਼ੁਕਰ ਹੈ ਦਾਤਾ, ਸ਼ੁਕਰ, ਮੈਨੂੰ ਤੇਰੇ ਵਰਗਾ ਬਣਨਾ ਹੈਗਾ। ਥੈਂਕ ਯੂ ਜੀ ਆਪ ਜੀ ਨੂੰ। ਅਸੀਂ ਇਸ ਇੱਕ ਓਂਕਾਰ, ਇੱਕ ਪਰਮਾਤਮਾ, ਇੱਕ ਪਰਮ ਪਿਤਾ ਇਸ ਐਪੀਸੋਡ ਵਿੱਚ ਅਸੰਖ ਅਤੇ ਉਸ ਕੁਦਰਤ ਨੂੰ ਸਮਝਿਆ। ਅਸੀਂ ਤਾਂ ਉਸਦੀ ਵਿਚਾਰ ਨਹੀਂ ਕਰ ਸਕਦੇ, ਫਿਰ ਵੀ ਅਸੀਂ ਉਸਦੀ ਭਾਣਾ ਵਿੱਚ ਰਹਿਣ ਦਾ ਸ਼ਕਤੀ ਲੈਣਾ ਸਿੱਖਿਆ ਅਤੇ ਉਸ ਨਾਲ ਜੋੜਨਾ। ਆਪ ਜੀ ਦਾ ਬਹੁਤ ਬਹੁਤ ਥੈਂਕ ਯੂ। ਫਿਰ ਮਿਲਾਂਗੇ ਅਗਲੇ ਐਪੀਸੋਡ ਵਿੱਚ, ਪੌੜੀ ਨੰਬਰ 18 ਅਗਲੀ ਵਾਰੀ। ਥੈਂਕ ਯੂ। ਸਤਿ ਸ਼੍ਰੀ ਅਕਾਲ।